बाणी प्रेम सहित सर्व करिए। बोलो जी सतनाम श्री वाहेगुरु। सतनाम श्री वाहेगुरु। राग बिलावल महला पंजवां। दो पदे घरनामा एक ओंकार सतगुर प्रसाद। वाहिगुरु परमात्मा परमेश्वर इको एक है, एक तो अनेक होया। इको ही परमात्मा सारे हिरदियां दे अंदर पूर्ण दा पूर्ण रमया होया। उसे प्रभु ने ये सारी सृष्टि बनाई हुई। इको एक परमात्मा ही सब दा मालिक है, सब नूं भोजन दे रहा, सब दी रख्या कर रहा। ये उत्तम उपदेश धन गुरु रामदास महाराज पासों मैं सरवण कीते हुए पंचम पातशाह महाराज फरमा रहा है, आपे मेल लै जब ते सरन तुम्हारी आए, तब ते दोख गए रहो। हे परमात्मा आप जी ने कृपा की, बख्शिश की। आप जी की कृपा सदका बख्शिश कर कृपा दयालता करना करके जदों दे आप जी की शरण में आए हुए धन गुरु रामदास महाराज पासों उपदेश दृढ़ करके वो विचार जिहड़े लोभ काम तृष्णा के हिरदे अंदर फुरदे सी, वो दुखी करी जाते। उन्हां दुखों तो बचन का साधन आप जी ने दसना किया। वो वैरी आम लोभ आदक जो सताई जाते थे, वो सताउण हट गए, खत्म हो गए। जदों दे आप जी की शरण में आए हैं, आपने कृपा की, बख्शिश की, आप नाल मिला लेना किया। ताजब महान हर चिंत बरानी साधे सरन पै। जिवें दुख चले गए, गुरु ज्ञान दृढ़ करन करके जिहड़ा ये शरीर का मान हंकार सीगा मैं मेरी दा, जिहड़ा अपने आप नूं देही मनदा सा, शरीर मनदा सा, वो मनना बंद कर दिता। शरीर अपने आप नूं मनन करके ही हंकार पैदा हुंदा, हउमे पैदा हुंदी, मैं मेरी सताउणा करदी। इन्हां विचारां नूं मैं त्याग दिता, ताजब महान त्याग दिता। दुखी करने वाली वस्तु मनुख नूं इहो ही आ जिहड़ा जीव है शरीर नाल चंबड़िया होया, अपने आप नूं ना पछाणन करके मैं परमेश्वर स्वरूप हाँ ये ना जान के ये दृढ़ किया है जन्म तो भी मैं जीव हाँ, मैं शरीर। गुरु साहब कहते ये जदों मैनू ज्ञान दृढ़ करवा दिता, ताजब महान और चिंत बरानी, हंकार का त्याग करने की जाच दसी, ते जिहड़ी बगानी चिंता संसार परिवार दी, पुत्रां धीआं दी, धन पदार्थ दी, धन प्रॉपर्टी खत्म ना हो जाए, ये संसार परिवार मेरा जिंदा रहे, ये बगानियां चिंता इहदे विच लगा होया सा। वो गुरु ज्ञान सीख के मेरा हुण बचाव हो गया। किवें बचाव होया? साधे सरन पै, साधु जनां दी सरन जाण नाल
ਉਹਨਾਂ ਦੀ ਸ਼ਰਨ ਵਿੱਚ ਜਾ ਕਰਕੇ ਗਿਆਨ ਸਿੱਖਿਆ ਕਿ ਜਿੰਨਾ ਚਿਰ ਤੱਕ ਇਹ ਸਰੀਰ ਤੇ ਸਰੀਰ ਦੇ ਹੁਮੇ ਮਾਣ ਹੰਕਾਰ ਤੇ ਮੋਹ ਸਤਾਈ ਜਾ ਰਿਹਾ, ਜਿੰਨਾ ਚਿਰ ਇਹ ਚਿੰਤਾ ਪਈ ਹੋਈ ਆ ਆਪਣੇ ਸਰੀਰ ਦੀ, ਤੇ ਮੈਂ ਸਦਾ ਰਹੂੰਗਾ, ਧਨ ਪ੍ਰਾਪਰਟੀ ਇਸ ਤਰ੍ਹਾਂ ਹੀ ਬਣੀ ਰਹੂਗੀ, ਸੰਸਾਰ ਪਰਿਵਾਰ ਮੇਰਾ ਜਿਉਂਦਾ ਤਿਉਂ ਰਹੂਗਾ। ਤੇ ਇਹਨੂੰ ਜਿੰਦਾ ਰੱਖਣ ਵਾਸਤੇ, ਇਹਦੀ ਰੱਖਿਆ ਵਾਸਤੇ ਮਨੁੱਖ ਲੱਗਾ ਹੋਇਆ, ਭੁੱਲ ਗਿਆ ਵੀ ਰੱਖਿਆ ਕਰਨ ਵਾਲਾ ਭਗਵਾਨ ਆ, ਪਰਮਾਤਮਾ। ਗੁਰੂ ਗਿਆਨ ਸਿੱਖ ਕੇ ਸਾਧੇ ਸ਼ਰਨ ਪੈ, ਸਾਧੂ ਜਨਾਂ ਦੀ ਸ਼ਰਨ ਪੈਣ ਨਾਲ, ਧੰਨ ਗੁਰੂ ਰਾਮਦਾਸ ਮਹਾਰਾਜ ਪਾਸੋਂ ਉੱਤਮ ਉਪਦੇਸ਼ ਸਿੱਖਣ ਨਾਲ ਮੈਂ ਹੁਣ ਇਹ ਤਿਆਗ ਦਿੱਤਾ। ਕੀ ਛੱਡਿਆ? ਤਜ ਅਭਿਮਾਨ ਅਰ ਚਿੰਤ ਬਰਾਨੀ। ਆਪਣੀ ਚਿੰਤਾ ਕਰਨ ਦੀ ਥਾਂ ਉੱਤੇ ਵੀ ਮੈਂ ਕੌਣ ਆ, ਸੰਸਾਰ ਜਗਤ ਉੱਤੇ ਕਿਉਂ ਆਇਆ ਹੋਇਆ, ਵਾਹਿਗੁਰੂ ਨੇ ਇੱਥੇ ਕਿਉਂ ਭੇਜਿਆ ਹੋਇਆ। ਸਤਸੰਗਤ ਵਿੱਚੋਂ ਇਹ ਉਪਦੇਸ਼ ਨਾ ਸਿੱਖ ਕੇ ਵੀ ਮਾਇਆ ਵਿੱਚ ਗਲਤਾਨ ਹੋ ਕੇ ਦੁਖੀ ਹੋ ਰਿਹਾ। ਜੇ ਗਿਆਨ ਦ੍ਰਿੜ ਹੋ ਜਾਵੇ ਤਾਂ ਫਿਰ ਸਮਝ ਪੈ ਜਾਏ ਵੀ ਅਸੀਂ ਇੱਥੇ ਵਾਹਿਗੁਰੂ ਦਾ ਜਾਪ ਕਰਨ ਲਈ ਆਏ। ਸਾਨੂੰ ਪਰਮਾਤਮਾ ਨੇ ਪ੍ਰਾਣ ਬਖਸ਼ੇ, ਸਵਾਸ ਬਖਸ਼ੇ ਨਾਮ ਜਪਣ ਵਾਸਤੇ। ਸਾਨੂੰ ਪਰਮਾਤਮਾ ਨੇ ਸਤ ਸੰਗਤ ਕਰਨ ਵਾਸਤੇ ਇਹ ਉੱਤਮ ਜਨਮ ਦਿੱਤਾ, ਮਨੁੱਖਾ ਜਨਮ। ਮੇਰੇ ਪਸ਼ੂ ਪੰਛੀ ਵੀ ਆਪਣੇ ਦੀ ਤਰ੍ਹਾਂ ਹੀ ਸਰੀਰ ਰੱਖਦੇ ਵਿਕਾਰਾਂ ਵਿੱਚ ਫਸੇ ਹੋਏ, ਉਹਨਾਂ ਦੀ ਤਰ੍ਹਾਂ ਜਿਹੜੇ ਮਨ ਮਤ ਕਰਕੇ, ਮੈਂ ਕਰਕੇ, ਮੇਰੀ ਕਰਕੇ, ਪਸ਼ੂਆਂ ਵਾਲੀ ਬਿਰਤੀ ਲੈ ਕੇ ਦੇਹ ਤੱਕ ਸੀਮਤ ਆ, ਉਹ ਦੁਖੀ ਹੁੰਦੇ। ਭਾਵੇਂ ਮਨੁੱਖਾ ਜਨਮ ਹੋਣ 'ਤੇ ਵੀ ਗੱਲ ਨਾ ਸਮਝੇ, ਸਾਧੂ ਜਨਾਂ ਦੀ ਸੰਗਤ ਨਾ ਕਰੇ, ਸੰਗਤ ਵਿੱਚੋਂ ਇਹ ਗਿਆਨ ਨਾ ਸਿੱਖੇ, ਤੇ ਫਿਰ ਸੁਖੀ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਮੈਂ ਸੁਖੀ ਹੋਇਆ। ਸਾਨੂੰ ਜਾਇਜ਼ ਦੱਸਦੇ ਆਂਦੇ ਤੁਸੀਂ ਵੀ ਸੁਖੀ ਹੋ ਸਕਦੇ ਜੋ। ਕਿਵੇਂ? ਤਜ ਅਭਿਮਾਨ ਅਰ ਚਿੰਤ ਬਰਾਨੀ। ਆਪਣੀ ਚਿੰਤਾ ਕਰਨ ਦੀ ਥਾਂ ਉੱਤੇ ਵੀ ਅਸੀਂ ਵਾਹਿਗੁਰੂ ਦਾ ਜਾਪ ਕਰੀਏ। ਦਿਨ ਬੇਅਰਥ ਲੰਘ ਗਿਆ, ਰਾਤ ਐਵੇਂ ਚਲੇਗੀ। ਰਾਤ ਗਵਾਈ ਸੋਚ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ। ਇਸ ਤਰ੍ਹਾਂ ਇਹ ਕੀਮਤੀ ਜਨਮ ਬਰਬਾਦ ਕਰ ਲਿਆ। ਕਿਵੇਂ? ਚਿੰਤਾ ਤੇ ਮਾਣ ਹੰਕਾਰ ਵਿੱਚ ਫਸ ਕੇ। ਗੁਰਦੇਵ ਕਹਿੰਦੇ ਸੰਗਤ ਕਰਨ ਨਾਲ ਸਮਝ ਆਈ, ਤਜ ਅਭਿਮਾਨ ਅਰ ਚਿੰਤ ਬਰਾਨੀ। ਇਹ ਚਿੰਤਾਵਾਂ ਛੱਡ ਦਿੱਤੀਆਂ। ਜਿਹਨੇ ਛੱਡੀਆਂ ਉਹ ਸੁਖੀ ਹੋ ਗਿਆ। ਜਪ ਜਪ ਨਾਮ ਤੁਮਾਰੋ ਪ੍ਰੀਤਮ, ਤਨ ਤੇ ਰੋਗ ਖੈ। ਇਸ ਤਰ੍ਹਾਂ ਹੈ ਵਾਹਿਗੁਰੂ ਆਪ ਜੀ ਦਾ ਨਾਮ ਜਪਣ ਨਾਲ, ਸੰਗਤ ਕਰਕੇ, ਗੁਰੂ ਮੰਤਰ ਦੀ ਆਰਾਧਨਾ ਕਰਨ ਨਾਲ, ਮਨ ਕਰਕੇ ਪਰਮਾਤਮਾ ਦਾ ਜਾਪ ਕਰਨ ਨਾਲ, ਰਸਨਾ ਨਾਲ ਵਾਹਿਗੁਰੂ ਦਾ ਜਾਪ ਕਰਨ ਕਰਕੇ, ਬਾਰ ਬਾਰ ਸਿਮਰਨ ਪਰਮੇਸ਼ਰ ਦਾ ਕਰਨ ਕਰਕੇ, ਅੰਮ੍ਰਿਤ ਵੇਲਾ ਸਾਂਭ ਕੇ ਬਾਰ ਬਾਰ ਗੁਰੂ ਗੁਰੂ ਜਪਣ ਕਰਕੇ, ਇਹ ਸਾਰੇ ਦੇ ਸਾਰੇ ਜਿਹੜੇ ਰੋਗ, ਚਿੰਤਾ ਦੇ ਰੋਗ, ਮਾਣ ਹੰਕਾਰ ਦੇ ਰੋਗ, ਆਪਣੇ ਆਪ ਨੂੰ ਸਰੀਰ ਸਮਝਣ ਦੇ ਰੋਗ ਦੇ ਵਿੱਚ ਫਸੇ ਹੋਏ ਜੋ ਮਨੁੱਖ ਹੈ, ਉਹਨਾਂ ਤੋਂ ਛੁਟਕਾਰਾ ਸਿਰਫ ਇੱਕੋ ਹੀ ਤਰੀਕੇ ਨਾਲ ਆ ਜੋ ਗੁਰਦੇਵ ਫਰਮਾਨ ਕਰ ਰਿਹਾ, ਜਪ ਜਪ ਨਾਮ ਤੁਮਾਰੋ ਪ੍ਰੀਤਮ। ਹੇ ਮੇਰੇ ਵਾਹਿਗੁਰੂ, ਹੇ ਮੇਰੇ ਪਿਆਰੇ, ਹੇ ਮੇਰੇ ਪ੍ਰੀਤਮ, ਹੇ ਮੇਰੇ ਪਰਮੇਸ਼ਰ, ਸਾਡਾ ਆਪ ਜੀ ਨਾਲ ਨੇੜਿਆ। ਆਪ ਜੀ ਦਾ ਨਾਮ ਰਸਨਾ ਕਰਕੇ ਹਿਰਦੇ ਦੁਆਰਾ ਬਾਰ ਬਾਰ ਜਪਣ ਕਰਕੇ, ਜਪਦਿਆਂ ਜਪਦਿਆਂ ਮੇਰੇ ਇਹ ਰੋਗ ਜਿਹੜੇ ਤਨ ਨੂੰ ਲੱਗੇ ਹੋਏ ਸੀ, ਮਨ ਨੂੰ ਲੱਗੇ ਹੋਏ ਸੀ, ਅਭਿਮਾਨ ਤੇ ਚਿੰਤਾ ਦੇ, ਆਪਣੇ ਆਪ ਨੂੰ ਸਰੀਰ ਸਮਝਣ ਦੇ, ਇਹ ਮੇਰੇ ਚਲੇ ਗਏ, ਖਤਮ ਹੋ ਗਏ। ਮਹਾਂ ਮੁਗਦਾ ਜਾਨ ਅਗਿਆਨੀ, ਰਾਖੇ ਧਾਰ ਦੈ।
ਬੇਵਕੂਫੀ ਕਰਕੇ, ਮੂਰਖਤਾ ਕਰਕੇ, ਬੇਸਮਝੀ ਕਰਕੇ, ਅਗਿਆਨ ਵਿੱਚ ਫਸੇ ਹੋਣ ਕਰਕੇ ਮਨ ਹੰਕਾਰ ਤੇ ਚਿੰਤਾ ਸਤਾਈ ਜਾਂਦੀ ਸੀ। ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਤੇ ਰੱਖ ਲੈਣਾ ਕੀਤਾ, ਇਹਦੇ ਤੋਂ ਬਚਾ ਲੈਣਾ ਕੀਤਾ। ਰਾਖੇ ਧਾਰ ਦੈ, ਬਚਾ ਦਿੱਤਾ। ਕਿਵੇਂ ਬਚਾ ਹੋਇਆ? ਸਤਿਗੁਰੂ ਦੀ ਸੰਗਤ ਨਸੀਬ ਹੋਈ, ਸਤਸੰਗ ਵਿੱਚੋਂ ਪਾਵਨ ਬਚਨ ਸੁਣੇ। ਬਚਨ ਸੁਣ ਕੇ ਅੰਮ੍ਰਿਤ ਵੇਲਾ ਸਾਹਮਣਾ ਕੀਤਾ, ਵਾਹਿਗੁਰੂ ਦਾ ਜਾਪ ਕੀਤਾ, ਪਰਮੇਸ਼ਰ ਦਾ ਨਾਮ ਜਪਿਆ ਤੇ ਨਾਮ ਜਪਦਿਆਂ ਹੋਇਆਂ ਸਿਫਤ ਸਲਾਹ ਪਰਮੇਸ਼ਰ ਦੀ ਕੀਤੀ। ਨਾਮ ਜਪਦਿਆਂ ਹੋਇਆਂ ਸੰਸਾਰ ਪਰਿਵਾਰ, ਘਰ ਪਰਿਵਾਰ ਤੇ ਜਿਨ੍ਹਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ। ਸੰਸਾਰੀ ਲੋਕ ਇਹਨਾਂ ਚਿੰਤਾਵਾਂ ਵਿੱਚ ਗਲਤਾਨ ਰਹਿੰਦੇ, ਦੁਖੀ ਰਹਿੰਦੇ। ਮਾਂ ਮੁਗਧ ਅਜਾਨ ਅਗਿਆਨੀ, ਰਾਖੇ ਧਾਰ ਦੈ। ਬੇਸਮਝੀ ਅਗਿਆਨੀ ਅਗਿਆਨਤਾ ਕਰਕੇ ਆਪਣੇ ਆਪ ਨੂੰ ਸ਼ਰੀਰ ਸਮਝ ਰਹੇ ਸਨ। ਸਤਿਗੁਰ ਨੇ ਕਿਰਪਾ ਬਖਸ਼ਿਸ਼ ਕੀਤੀ, ਇਹਨਾਂ ਦੁੱਖਾਂ ਤੋਂ ਬਚਾ ਲੈਣਾ ਕੀਤਾ। ਕਹੋ ਨਾਨਕ ਗੁਰ ਪੂਰਾ ਭੇਟਿਓ, ਆਵਣ ਜਾਣ ਰਹਿ। ਪੂਰਨ ਗੁਰੂ ਦੀ ਸੰਗਤ ਕਰਨ ਨਾਲ ਜੰਮਣ ਮਰਨ ਦਾ ਸਿਲਸਿਲਾ ਮੁੱਕ ਗਿਆ। ਵਾਰ ਵਾਰ ਜੰਮਣਾ ਤੇ ਵਾਰ ਵਾਰ ਮਰਨਾ, ਇਹ ਸਭ ਨਾਲੋਂ ਵੱਡਾ ਦੁੱਖ ਦਾ ਕਾਰਨ ਹੈ। ਤੇ ਛੁਟਕਾਰਾ ਬਚਾਅ ਇਹਦੇ ਤੋਂ ਤਾਂ ਹੁੰਦਾ ਜੇ ਬਾਰ ਬਾਰ ਵਾਹਿਗੁਰੂ ਦਾ, ਪਰਮੇਸ਼ਰ ਦਾ ਜਾਪ ਕਰੇ, ਪਰਮਾਤਮਾ ਨਾਲ ਨੇੜ ਕਰੇ, ਸਰੀਰ ਦੀ ਹਉਮੈ, ਮਾਣ ਹੰਕਾਰ ਤੇ ਚਿੰਤਾਵਾਂ ਛੱਡ ਦੇ। ਜਦੋਂ ਜਾਚ ਆ ਗਈ ਸਮਝੋ ਉਦੋਂ ਹੀ ਜੀਵਨ ਸਫਲ ਹੋ ਗਿਆ। ਮਹਾਮੁਗਧ ਅਜਾਨ ਅਗਿਆਨੀ, 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 ਮਹਾਮੁਗਧ ਅਜਾਨ ਅਗਿਆਨੀ। ਰਾਖੇ ਧਾਰ ਦੈ, 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 ਰਾਖੇ ਧਾਰ ਦੈ। ਕਹੋ ਨਾਨਕ ਗੁਰ ਪੂਰਾ ਭੇਟਿਓ, ਕਹੋ ਨਾਨਕ ਗੁਰ ਪੂਰਾ ਭੇਟਿਓ, ਕਹੋ ਨਾਨਕ ਗੁਰ ਪੂਰਾ ਭੇਟਿਓ, ਕਹੋ ਨਾਨਕ ਗੁਰ ਪੂਰਾ ਭੇਟਿਓ। ਆਵਨ ਜਾਨ ਰਹੇ, 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 ਆਵਨ ਜਾਨ ਰਹੇ। ਕਿਵੇਂ ਆਉਣ ਜਾਣਾ ਦਾ ਦੁੱਖ ਮੁੱਕ ਗਿਆ, ਕਿਵੇਂ ਜਨਮ ਜਨਮਾਤਰਾਂ ਦੇ ਦੁੱਖ ਜਾਂਦੇ ਰਹੇ, ਕਿਵੇਂ 84 ਲੱਖ ਜੂਨਾਂ ਤੋਂ ਬਚਾਅ ਹੋ ਗਿਆ। ਪੂਰਨ ਗੁਰੂ ਦੀ ਸੰਗਤ ਕੀਤੀ। ਕਹੋ ਨਾਨਕ ਗੁਰ ਪੂਰਾ ਭੇਟਿਓ। ਪੂਰਨ ਗੁਰੂ ਉਹ ਜਿਹੜਾ ਸਰੀਰ ਨਾਲੋਂ ਤੋੜ ਕੇ ਵਾਹਿਗੁਰੂ ਨਾਲ ਜੁੜਦਾ। ਪੂਰਨ ਗੁਰੂ ਉਹ ਜਿਹੜਾ ਸਰੀਰ ਤੱਕ ਸੀਮਤ ਮਨੁੱਖ ਜਿਹੜਾ ਮੰਗਾ ਮੰਗਦਾ ਰਹਿੰਦਾ, ਸਰੀਰ ਤੱਕ ਸੀਮਤ ਹੈ, ਆਪਣੇ ਆਪ ਨੂੰ ਦੇਹੀ ਕਹਿ ਰਿਹਾ, ਆਪਣੇ ਆਪ ਨੂੰ ਪਰਮੇਸ਼ਰ ਅੰਸ਼ ਨਹੀਂ ਜਾਣ ਰਿਹਾ, ਅੰਤਰਾਤਮੇ ਪਰਮਾਤਮਾ ਨਾਲ ਪ੍ਰੇਮ ਨਹੀਂ ਕਰਦਾ, ਮੈਂ ਬ੍ਰਹਮ ਸਰੂਪ ਹਾਂ ਇਹ ਜਾਣਦਾ ਨਹੀਂ, ਕਿਉਂਕਿ ਉਹਨੂੰ ਪੂਰਨ ਗੁਰੂ ਮਿਲਿਆ ਨਹੀਂ, ਗੁਰੂ ਮੰਤਰ ਦੀ ਆਰਾਧਨਾ ਨਹੀਂ ਕੀਤੀ। ਇਸ ਕਰਕੇ ਪਰਿਵਾਰ ਵਿੱਚ ਗਲਤਾਨ ਆ, ਲੋਭ ਵਿੱਚ ਗਲਤਾਨ ਆ, ਤ੍ਰਿਸ਼ਨਾ ਸਤਾਈ ਜਾਂਦੀ ਹੈ।
ਤੇ ਚਿੰਤਾਵਾਂ ਕਿਹਦੀਆਂ ਲੱਗੀਆਂ ਹੋਈਆਂ? ਬਰਾਨੀਆਂ ਚਿੰਤਾ, ਬਗਾਨੀਆਂ ਚਿੰਤਾ। ਗੁਰੂ ਸਾਹਿਬ ਕਹਿੰਦੇ ਮੇਰੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਸਾਨੂੰ ਆਂਦੇ ਤੁਸੀਂ ਵੀ ਚੰਗੀ ਤਰ੍ਹਾਂ ਮੇਰੀ ਗੱਲ ਨੋਟ ਕਰ ਲਓ। ਤਾਜਬ ਮਾਨ ਅਰ ਚਿੰਤ ਬਰਾਨੀ। ਜਦੋਂ ਤੁਸੀਂ ਇਹ ਬਗਾਨੀਆਂ ਚਿੰਤਾਵਾਂ ਛੱਡ ਦਿੱਤੀਆਂ, ਸਰੀਰ ਦਾ ਮਾਣ ਛੱਡ ਦਿੱਤਾ, ਸਤਸੰਗ ਮਹਾਨ ਪੁਰਖਾਂ ਦੀ ਵਿੱਚ ਜਾ ਕਰਕੇ ਗੁਰੂ ਨਾਨਕ ਮਹਾਰਾਜ ਦੇ ਉੱਤਮ ਉਪਦੇਸ਼ ਨੂੰ ਸੁਣਿਆ ਜਦੋਂ ਵੀ ਇਸ ਤਰੀਕੇ ਨਾਲ, ਉਦੋਂ ਹੀ ਤੁਹਾਡਾ ਬਚਾਅ ਹੋ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਉਪਕਾਰ ਸਰਵਣ ਕਰ ਰਹੇ ਸਾਂ। ਜਿੱਥੇ ਜਿੱਥੇ ਵੀ ਜਾਂਦੇ ਉਹਨਾਂ ਲੋਕਾਂ ਨੂੰ ਵਾਹਿਗੁਰੂ ਨਾਲ, ਪਰਮੇਸ਼ਰ ਨਾਲ ਜੋੜਦੇ। ਉਹਨਾਂ ਦੀਆਂ ਸਾਖੀਆਂ ਜਦੋਂ ਆਪਾਂ ਸੁਣਦੇ, ਸੁਣ ਸਾਖੀ ਮਨ ਜਪ ਪਿਆਰ, ਫਿਰ ਸਾਨੂੰ ਸਿੱਖ ਕੇ ਪਰਮਾਤਮਾ ਨਾਲ ਚਿੱਤ ਬਿਰਤੀ ਲਾਉਣੀ ਚਾਹੀਦੀ ਹੈ। ਸੁਣ ਰਹੇ ਸਾਂ ਸਤਿਗੁਰੂ ਭਾਈ ਵਾਲਾ ਤੇ ਮਰਦਾਨਾ ਜਾ ਰਿਹਾ ਹੈ। ਉਸ ਜਗ੍ਹਾ ਉੱਤੇ ਪਹੁੰਚੇ ਦਵਾਰਕਾ, ਜਿੱਥੇ ਦਵਾਰਕਾ ਤੋਂ ਪਹਿਲਾਂ ਜਮੁਨਾ ਤੱਟ ਉੱਤੇ ਭਗਵਾਨ ਕ੍ਰਿਸ਼ਨ ਅਵਤਾਰ ਹੋਣ ਕਰਕੇ ਅਨੇਕ ਤਰ੍ਹਾਂ ਦੀਆਂ ਉਹ ਜੋ ਖੇਡਾਂ ਰਚਦੇ ਰਹੇ ਜਮੁਨਾ ਦੇ ਕੰਢੇ 'ਤੇ। ਉੱਥੇ ਇੱਕ ਪੱਥਰ ਪਿਆ ਹੋਇਆ ਸੀਗਾ। ਮਰਦਾਨਾ ਪੁੱਛਦਾ, ਸਤਿਗੁਰੂ ਇਹ ਦੂਜਿਆਂ ਨਾਲੋਂ ਨਵੇਕਲਾ ਬਹੁਤ ਵੱਡਾ ਪਹਾੜ ਨਜ਼ਰ ਆ ਰਿਹਾ, ਇਹ ਇਸ ਤਰ੍ਹਾਂ ਦਾ ਕਿਉਂ ਨਜ਼ਰ ਆ ਰਿਹਾ, ਵੱਖਰਾ ਨਜ਼ਰ ਆ ਰਿਹਾ? ਤੇ ਸਤਿਗੁਰੂ ਕਹਿੰਦੇ ਇਹ ਜਿਸ ਸਮੇਂ ਰਾਵਣ ਨਾਲ ਯੁੱਧ ਕਰਨ ਕਰਕੇ ਰਾਮ ਜੀ ਨੇ ਪੁਲ ਬਣਾਉਣਾ ਕੀਤਾ, ਉਸ ਸਮੇਂ ਸਭ ਲੋਕ ਪੱਥਰ ਲਿਆ ਰਹੇ ਸੀ। ਹਨੂੰਮਾਨ ਵੀ ਪੱਥਰ ਲਿਆ ਰਿਹਾ ਸੀਗਾ। ਤੇ ਜਦੋਂ ਪੱਥਰ ਚੁੱਕਣ ਲੱਗਾ ਤੇ ਉਸ ਪੱਥਰ ਨੇ ਕਿਹਾ ਵੀ ਮੈਨੂੰ ਜਾਂ ਤੇ ਚੁੱਕੀ ਨਾ ਤੇ ਜਾਂ ਫਿਰ ਮੌਕੇ ਦੇ ਅਵਤਾਰ ਭਗਵਾਨ ਰਾਮ ਦੇ ਚਰਨਾਂ ਵਿੱਚ ਲੈ ਜਾਵੇਂ। ਇਕਰਾਰ ਕਰ ਲਿਆ ਵੀ ਮੈਂ ਤੇ ਲਿਜਾ ਹੀ ਰਿਹਾ। ਪਰ ਜਿਉਂ ਹੀ ਉਹ ਪੱਥਰ ਚੁੱਕਿਆ ਤੇ ਰਾਹ ਵਿੱਚ ਸੁਨਾਹ ਮਿਲ ਗਿਆ ਵੀ ਫੋੜ ਲਿਆਉਣ ਦੀ ਲੋੜ ਨਹੀਂ, ਜਿੱਥੇ ਜਿੱਥੇ ਪੱਥਰ ਲਿਆ ਰਹੇ ਜੇ ਉੱਥੇ ਉੱਥੇ ਹੀ ਰੱਖ ਦਿਓ ਤੇ ਵਾਪਸ ਆ ਜਾਓ। ਹਨੂੰਮਾਨ ਵਾਪਸ ਨਹੀਂ ਆ ਰਿਹਾ, ਦੋ ਚਿੱਤੀ ਵਿੱਚ ਹੁਣ ਮੈਂ ਪੱਥਰ ਰੱਖਾਂ ਜਾਂ ਲਿਜਾਵਾਂ, ਇਕਰਾਰ ਕੀਤਾ ਹੋਇਆ। ਇਹ ਖਬਰ ਜਦੋਂ ਰਾਮ ਜੀ ਪਾਸ ਪੁੱਜੀ ਤੇ ਉਹਨਾਂ ਕਿਹਾ ਮੈਂ ਦੁਆਪਰ ਵਿੱਚ ਇੱਥੇ ਆਵਾਂਗਾ, ਉਦੋਂ ਫਿਰ ਇਹ ਪੱਥਰ ਦੀ ਮਨਸ਼ਾ ਪੂਰੀ ਹੋਵੇਗੀ। ਪਾਥਰ ਕੀਟ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ। ਭਗਵਾਨ ਵਾਹਿਗੁਰੂ ਪਰਮੇਸ਼ਰ ਜੀਵਾਂ, ਪਸ਼ੂਆਂ, ਪੰਛੀਆਂ, ਪੱਥਰਾਂ ਨੂੰ ਵੀ ਤਾਰਦਾ, ਹਰ ਇੱਕ ਵਿੱਚ ਜਾਨ ਹੈ। ਸਾਨੂੰ ਇਹ ਕਥਾ ਵਿਚਾਰ ਤੋਂ ਸਮਝ ਪੈ ਜਾਣੀ ਚਾਹੀਦੀ ਵੀ ਇਕਰਾਰ ਕੀਤਾ ਤੇ ਪੂਰਾ ਕਰਨਾ ਚਾਹੀਦਾ। ਇਹ ਸਮਝ ਪੈ ਜਾਣੀ ਚਾਹੀਦੀ ਵੀ ਹਰ ਜਗ੍ਹਾ ਉੱਤੇ ਪਰਮੇਸ਼ਰ ਦਾ, ਵਾਹਿਗੁਰੂ ਦਾ ਨਿਵਾਸ ਆ, ਹਰ ਹਿਰਦੇ ਅੰਦਰ ਰਹਿੰਦਾ, ਹਰ ਥਾਂ ਉੱਤੇ ਆ। ਸਭ ਧਰਤੀ ਦਾ ਮਾਲਕ ਆ ਤੇ ਹਰ ਜਗ੍ਹਾ ਉੱਤੇ ਪੂਰਨ ਦਾ ਪੂਰਨ ਆ। ਤੇ ਫਿਰ ਜੂਨਾਂ ਰੁੱਖਾਂ ਦੀਆਂ, ਦਰਖਤਾਂ ਦੀਆਂ, ਪੱਥਰਾਂ ਦੀਆਂ 84 ਲੱਖ ਜੂਨਾਂ ਦੇ ਵਿੱਚ ਇਹ ਵੀ ਆਉਂਦੇ। ਤੇ ਖਾਸ ਗੱਲ ਜਿਹੜੀ ਸਤਿਗੁਰ ਦੇ ਬਚਨਾਂ ਤੋਂ ਸਮਝਣ ਦੀ ਸਾਨੂੰ ਲੋੜ ਪੈਂਦੀ ਕਿ ਪਰਮਾਤਮਾ ਦੀ ਜਦੋਂ ਕਿਰਪਾ ਬਖਸ਼ਿਸ਼ ਹੋ ਜਾਂਦੀ, ਜਿਹੜਾ ਉਹਦੀ ਸ਼ਰਨ ਪੈ ਜਾਵੇ ਉਸੇ ਦਾ ਉਧਾਰ ਹੋ ਜਾਂਦਾ। ਗੁਰੂ ਸਾਹਿਬ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਫਰਮਾਨ ਕਰ ਰਹੇ ਆ, ਤਾਜਬ ਮਾਨ ਹਰ ਚਿੰਤ ਬਰਾਨੀ, ਸਾਧੇ ਸਰਨ ਪੈ।
ਵਿਚਾਰ ਇੱਕੋ ਹੀ ਆ। ਸਤਸੰਗ ਹਿੰਮਤ ਮਾਰ ਕੇ ਕਰੇ, ਸਵੇਰੇ ਸਮੇਂ ਨਾਲ ਉੱਠੇ, 3 ਘੰਟੇ ਰਾਤ ਰਹਿੰਦਿਆਂ ਅੰਮ੍ਰਿਤ ਵੇਲਾ ਸਾਂਭੇ। ਇਹ ਜਿਹੜੀਆਂ ਬੇਗਾਨੀਆਂ ਚਿੰਤਾਵਾਂ ਬਣਾਈਆਂ ਹੋਈਆਂ, ਇਹ ਸਤਸੰਗ ਵਿੱਚੋਂ ਪਾਵਨ ਬਚਨ ਸੁਣ ਕੇ ਇਹਨੂੰ ਖਤਮ ਕਰ ਦੇਵੇ। ਆਪਣੇ ਆਪ ਨੂੰ ਸਰੀਰ ਸਮਝਣਾ, ਆਪਣੇ ਆਪ ਨੂੰ ਜੀਵ ਸਮਝਣਾ, ਇਹ ਤਿਆਗ ਕੇ ਪਰਮੇਸ਼ਰ ਅੰਸ਼ ਜਾਣੇ। ਵਾਹਿਗੁਰੂ ਦਾ ਗਿਆਨ ਗੁਰੂ ਪਾਸੋਂ ਦ੍ਰਿੜ ਕਰਕੇ ਉਸ ਭਗਵਾਨ ਵਿੱਚ ਅਭੇਦ ਹੋ ਜਾਵੇ। ਪਰਮੇਸ਼ਰ ਅੰਸ਼ ਜਾਣਨ ਦੀ ਜਾਚ ਸਿੱਖ ਲਵੇ। ਸਤਿਗੁਰ ਦੇ ਪਾਵਨ ਬਚਨ ਇਸ ਤਰ੍ਹਾਂ ਜਿਨ ਵੀ ਸਿਖਾ ਜਾਣ। ਜਪ ਜਪ ਨਾਮ ਤੁਮਾਰੋ ਪ੍ਰੀਤਮ, ਤਨ ਤੇ ਰੋਗ ਖੈ। ਮਨ ਦੇ ਰੋਗ, ਤਨ ਦੇ ਰੋਗ ਵਾਹਿਗੁਰੂ ਦਾ ਸਿਮਰਨ ਕਰਨ ਨਾਲ, ਪਰਮਾਤਮਾ ਨੂੰ ਚੇਤੇ ਕਰਨ ਨਾਲ, ਬਾਰ ਬਾਰ ਪਰਮੇਸ਼ਰ ਨੂੰ ਯਾਦ ਕਰਨ ਨਾਲ ਸਾਰੇ ਦੁੱਖ ਜਾਂਦੇ ਰਹਿੰਦੇ। ਸਾਨੂੰ ਵੀ ਬੇਨਤੀ ਅਰਦਾਸ ਕਰਨੀ ਚਾਹੀਦੀ ਹੈ, ਸਾਡੇ ਵੀ ਇਸ ਤਰ੍ਹਾਂ ਇਹ ਦੁੱਖ ਜਾਂਦੇ ਰਹਿਣ। ਪਰਮਾਤਮਾ ਦਾ ਜਾਪ ਕਰੀਏ। ਮਹਾਮੁਗਧ ਅਜਾਨ ਅਗਿਆਨੀ ਰਾਖੇ ਧਾਰਦੈ। ਪਹਿਲਾਂ ਇਹ ਚੇਤਾ ਕਰ ਲਈਏ ਜ਼ਰੂਰੀ। ਮਹਾਮੁਗਧ ਅਜਾਨ ਅਗਿਆਨੀ, ਮਹਾਮੁਗਧ ਅਜਾਨ ਅਗਿਆਨੀ, ਮਹਾਮੁਗਧ ਅਜਾਨ ਅਗਿਆਨੀ, ਮਹਾਮੁਗਧ ਅਜਾਨ ਅਗਿਆਨੀ। ਰਾਖੇ ਧਾਰਦੈ, ਰਾਖੇ ਧਾਰਦੈ, ਰਾਖੇ ਧਾਰਦੈ, ਰਾਖੇ ਧਾਰਦੈ। ਕਹੋ ਨਾਨਕ ਗੁਰ ਪੂਰਾ ਭੇਟਿਓ, ਕਹੋ ਨਾਨਕ ਗੁਰ ਪੂਰਾ ਭੇਟਿਓ, ਕਹੋ ਨਾਨਕ ਗੁਰ ਪੂਰਾ ਭੇਟਿਓ, ਕਹੋ ਨਾਨਕ ਗੁਰ ਪੂਰਾ ਭੇਟਿਓ। ਆਮਨ ਜਾਨ ਰਹੇ, 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 ਆਮਨ ਜਾਨ ਰਹੇ। ਜਦੋਂ ਇਹ ਉਪਦੇਸ਼ ਗੁਰੂ ਦਾ ਸਿਖਾ ਗਿਆ, ਨਾਮ ਜਪਦਿਆਂ ਹੋਇਆਂ, ਜਿੰਨਾ ਚਿਰ ਇਹ ਸਮਝ ਨਹੀਂ ਪੈਂਦੀ ਪਈ ਮੇਰੇ ਅੰਦਰ ਪਰਮਾਤਮਾ ਦਾ, ਪਰਮੇਸ਼ਰ ਦਾ ਨਿਵਾਸ ਹੈ। ਦੂਰ ਦੂਰ ਪਰਮਾਤਮਾ ਨੂੰ ਕੋਈ ਲੱਭਦਾ ਫਿਰੇ ਤੇ ਕਾਮਯਾਬੀ ਨਹੀਂ ਹੁੰਦੀ। ਇਸ ਲਈ ਗੁਰੂ ਸਾਹਿਬ ਸਾਨੂੰ ਸਿੱਖਿਆ ਦੇ ਰਿਹਾ, ਕਹੋ ਨਾਨਕ ਗੁਰ ਪੂਰਾ ਭੇਟਿਓ। ਪੂਰਨ ਗੁਰੂ ਦੀ ਸੰਗਤ ਕਰਨ ਨਾਲ ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਹੋ ਜਾਂਦੀ। ਨਾਮ ਜਪੀਏ। ਸਤਿਨਾਮ 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 Ah
वाहिगुरु जी का खालसा वाहिगुरु जी की फतेह।